ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੰਜਾਬੋ ਪੰਜਾਬ ਸਮਾਜ ਸਿੱਖਿਆ ਵਿਸ਼ੇ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ, ਜਿਸ ਵਿੱਚ ਉਸਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਰੋਜ਼ ਡੇਲੀ ਡੋਜ਼ ਭੇਜੀ ਜਾਏਗੀ। ਅੱਜ ਡੇਲੀ ਡੋਜ਼ ਦੇ ਵਿੱਚ ਅਸੀਂ ਸਮਾਜਿਕ ਸਿੱਖਿਆ ਦਾ ਪਾਠ ਨੰਬਰ 11 ਜਿਸ ਦਾ ਨਾਮ ਹੈ ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ, ਇਸ ਬਾਰੇ ਪੜ੍ਹਾਂਗੇ। ਤੁਹਾਨੂੰ ਪਾਠ ਪੁਸਤਕਾਂ ਇਸ ਹਫ਼ਤੇ ਮਿਲ ਜਾਣਗੀਆਂ। ਪੇਜ ਨੰਬਰ 137 'ਤੇ ਤੁਸੀਂ ਦੇਖੋ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ 1757 ਵਿੱਚ ਜਿੱਤ ਕੇ ਅਤੇ ਉਸ ਤੋਂ ਬਾਅਦ 1764 ਵਿੱਚ ਬਕਸਰ ਦੀ ਲੜਾਈ ਜਿੱਤ ਕੇ ਬੰਗਾਲ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਅਤੇ ਹੁਣ ਹੌਲੀ ਹੌਲੀ ਇਸ ਤੋਂ ਬਾਅਦ ਉਹਨਾਂ ਨੇ ਪੂਰੇ ਭਾਰਤ ਨੂੰ ਜਿੱਤ ਲਿਆ ਸੀ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਦਾ ਮੁੱਖ ਉਦੇਸ਼ ਭਾਰਤ ਦੇ ਵਿੱਚ ਪ੍ਰਸ਼ਾਸਨ ਦੀ ਬਣਤਰ ਨੂੰ ਸਮਝਣਾ, ਚੰਗੀ ਤਰ੍ਹਾਂ ਪ੍ਰਸ਼ਾਸਨ ਨੂੰ ਚਲਾਉਣਾ ਸੀ ਅਤੇ ਦੇਸ਼ ਦੀ ਸੈਨਾ ਨੂੰ ਕੰਟਰੋਲ ਕਰਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ ਕਰਨਾ ਸੀ। ਅੰਗਰੇਜ਼ਾਂ ਨੇ ਭਾਰਤ ਵਿੱਚ ਜਿੱਤੇ ਹੋਏ ਇਲਾਕਿਆਂ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਕੁਝ ਖਾਸ ਨੀਤੀਆਂ ਤਿਆਰ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਸੀ ਕਿ ਅੰਗਰੇਜ਼ ਉਹਨਾਂ ਦੇ ਆਪਣੇ ਹਿੱਤਾਂ ਦੀ ਰਾਖੀ ਕਰਨਗੇ, ਕਿ ਭਾਰਤ ਵਿੱਚ ਉਹਨਾਂ ਦੇ ਜੋ ਹਿੱਤ ਨੇ ਉਹਨਾਂ ਨੂੰ ਸੰਭਾਲਣਾ, ਉਹਨਾਂ ਦੀ ਰਾਖੀ ਕਰਨਾ ਹੀ ਅੰਗਰੇਜ਼ਾਂ ਦਾ ਮੁੱਖ ਉਦੇਸ਼ ਸੀ। ਉਹਨਾਂ ਨੇ ਸ਼ਾਸਨ ਪ੍ਰਬੰਧ ਵਿੱਚ ਜੋ ਵੀ ਨੀਤੀਆਂ ਚਲਾਈਆਂ, ਜੋ ਵੀ ਨਵੇਂ ਕੰਮ ਕੀਤੇ, ਉਹ ਆਪਣੇ ਹਿੱਤਾਂ ਦੀ ਰਾਖੀ ਲਈ ਕੀਤੇ ਸੀ। ਅੰਗਰੇਜ਼ੀ ਸਾਮਰਾਜ ਨੂੰ ਕਾਇਮ ਰੱਖਣ ਲਈ ਸਿਵਲ ਸਰਵਿਸ, ਪੁਲਿਸ ਅਤੇ ਸੈਨਾ ਤਿੰਨਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਸੀ ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਜਿਹੜਾ ਉਹਨਾਂ ਨੇ ਚੁੱਕਿਆ ਉਹ ਸੀ ਕਿ 1773 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ ਪਾਸ ਕੀਤਾ। ਰੈਗੂਲੇਟਿੰਗ ਐਕਟ ਇੱਕ ਮੀਲ ਪੱਥਰ ਸੀ, ਕਿਉਂਕਿ ਇਸ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਖੁਦ ਮੁਖਤਾਰ ਸੀ ਅਤੇ ਆਪਣੀ ਮਨਮਰਜ਼ੀ ਨਾਲ ਸ਼ਾਸਨ ਪ੍ਰਬੰਧ ਚਲਾਉਂਦੀ ਸੀ ਅਤੇ ਉਸ ਵਿੱਚ ਕਈ ਵਾਰ ਬੇਨਿਯਮੀਆਂ ਅਤੇ ਕਰਪਸ਼ਨ ਇਸ ਤਰ੍ਹਾਂ ਦੇ ਆਰੋਪ ਵੀ ਲੱਗਦੇ ਰਹਿੰਦੇ ਸਨ। ਸੋ ਸਰਕਾਰ ਨੇ, ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ 1773 ਵਿੱਚ ਇੱਕ ਐਕਟ ਪਾਸ ਕਰੀਏ ਜਿਸ ਦਾ ਨਾਮ ਸੀ ਰੈਗੂਲੇਟਿੰਗ ਐਕਟ, ਅਤੇ ਇਸ ਦਾ ਕੰਮ ਸੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨਾ। ਉਸ ਤੋਂ ਕੁਝ ਸਮਾਂ ਬਾਅਦ 1784 ਦੇ ਵਿੱਚ ਇੱਕ ਹੋਰ ਐਕਟ ਪਾਸ ਕੀਤਾ ਗਿਆ ਜਿਸ ਦਾ ਨਾਮ ਸੀ ਪਿਟਸ ਇੰਡੀਆ ਐਕਟ। ਪਿਟਸ ਇੰਡੀਆ ਐਕਟ ਦਾ ਕੰਮ ਕੀ ਸੀ? ਕੰਪਨੀ ਦੇ ਸਿਵਲ, ਸੈਨਿਕ ਅਤੇ ਆਰਥਿਕ ਕੰਮਾਂ ਉੱਤੇ ਕਾਬੂ ਪਾਉਣ ਲਈ ਇੰਗਲੈਂਡ ਵਿੱਚ ਇੱਕ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਯਾਨੀ ਕਿ ਜੋ ਕੰਮਾਂ ਦੀ ਜਾਂਚ ਦਾ ਕੰਮ ਸ਼ੁਰੂ ਕੀਤਾ ਸੀ 1773 ਵਿੱਚ, ਉਸ ਨੂੰ ਅੱਗੇ ਵਧਾਉਂਦੇ ਹੋਏ ਈਸਟ ਇੰਡੀਆ ਕੰਪਨੀ ਦੇ ਸਿਵਲ, ਸੈਨਿਕ ਅਤੇ ਆਰਥਿਕ ਤਿੰਨ ਤਰ੍ਹਾਂ ਦੇ ਕੰਮਾਂ ਦੇ ਉੱਤੇ ਕਾਬੂ ਪਾਉਣ ਲਈ ਇੱਕ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਪਿਟਸ ਇੰਡੀਆ ਐਕਟ ਅਨੁਸਾਰ ਵਪਾਰ ਪ੍ਰਬੰਧ ਨੂੰ ਰਾਜਨੀਤਿਕ ਪ੍ਰਬੰਧ ਨਾਲੋਂ ਵੱਖਰਾ ਕਰ ਦਿੱਤਾ ਗਿਆ। ਵਪਾਰਕ ਕੰਮ ਅਲੱਗ ਹੋ ਗਏ ਅਤੇ ਰਾਜਨੀਤਿਕ ਕੰਮ ਅਲੱਗ ਹੋ ਗਏ। ਚਾਰਟਰ ਐਕਟ 1833 ਇਸ ਦੀ ਅਗਲੀ ਲੜੀ ਇੱਕ ਹੋਰ ਇੰਪੋਰਟੈਂਟ ਐਕਟ ਸੀਗਾ। ਇਸ ਦੇ ਅਨੁਸਾਰ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਲਈ ਕਿਹਾ ਗਿਆ ਤਾਂ ਕਿ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕੇ। ਯਾਨੀ ਕਿ ਹੁਣ ਈਸਟ ਇੰਡੀਆ ਕੰਪਨੀ ਇਤਨੀ ਸਟਰੋਂਗ ਹੋ ਚੁੱਕੀ ਸੀ, ਉਸ ਦੀਆਂ ਜੜ੍ਹਾਂ ਮਜ਼ਬੂਤ ਹੋ ਗਈਆਂ ਸੀ। ਹੁਣ ਉਹ ਵਪਾਰ ਦਾ ਕੰਮ ਛੱਡ ਦੇਵੇ ਅਤੇ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ 'ਤੇ ਲਗਾਵੇ, ਕਿਉਂਕਿ ਸ਼ਾਸਨ ਪ੍ਰਬੰਧ ਦੇ ਉੱਪਰ ਰਾਜਨੀਤਿਕ ਕੰਟਰੋਲ ਹੋਣ ਤੋਂ ਬਾਅਦ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਜ਼ਿਆਦਾ ਚੰਗੇ ਤਰੀਕੇ ਨਾਲ ਕੀਤੀ ਜਾ ਸਕਦੀ ਸੀ। ਅਤੇ ਬੱਚਿਓ, ਹੁਣ ਅੱਗੇ ਅਸੀਂ ਛੋਟੇ ਪ੍ਰਸ਼ਨ ਉੱਤਰ ਰਿਵਾਈਜ਼ ਕਰਾਂਗੇ। ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ? ਬੇਟਾ, ਹੁਣੇ ਹੀ ਆਪਾਂ ਡਿਸਕਸ ਕੀਤਾ ਕਿ ਈਸਟ ਇੰਡੀਆ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ। ਬੋਰਡ ਆਫ ਕੰਟਰੋਲ ਕਦੋਂ ਅਤੇ ਕਿਸ ਐਕਟ ਅਧੀਨ ਬਣਿਆ?
ਬੋਰਡ ਆਫ ਕੰਟਰੋਲ 1784 ਦੇ ਵਿੱਚ ਪਿਟਸ ਇੰਡੀਆ ਐਕਟ ਦੇ ਅਧੀਨ ਬਣਿਆ ਸੀ ਅਤੇ ਇਹ ਇੰਗਲੈਂਡ ਵਿੱਚ ਬਣਾਇਆ ਗਿਆ ਸੀ। ਤੀਸਰਾ, ਅੰਗਰੇਜ਼ੀ ਸਾਮਰਾਜ ਨੂੰ ਕਾਇਮ ਰੱਖਣ ਲਈ ਕਿਹੜੀ ਗੱਲ ਬਹੁਤ ਜ਼ਰੂਰੀ ਸੀ? ਅੰਗਰੇਜ਼ੀ ਸਾਮਰਾਜ ਨੂੰ ਕਾਇਮ ਰੱਖਣ ਲਈ ਸਭ ਤੋਂ ਜ਼ਰੂਰੀ ਇਹ ਸੀ ਕਿ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ 'ਤੇ ਕੰਟਰੋਲ ਰਿਹਾ ਜਾਵੇ, ਦੇਸ਼ ਦੇ ਸਿਵਲ ਸੈਨਿਕ ਅਤੇ ਪ੍ਰਸ਼ਾਸਨ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕੇ ਤਾਂ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ। ਅੰਗਰੇਜ਼ਾਂ ਵੱਲੋਂ ਤਿਆਰ ਕੀਤੀਆਂ ਨੀਤੀਆਂ ਦਾ ਉਦੇਸ਼ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀ। ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ। ਪਿਟਸ ਇੰਡੀਆ ਐਕਟ 1784 ਵਿੱਚ ਪਾਸ ਹੋਇਆ। ਸਹੀ ਅਤੇ ਗਲਤ। ਪਹਿਲੀ ਸਟੇਟਮੈਂਟ ਹੈ, ਭਾਰਤੀ ਰਾਜਾਂ ਨੂੰ ਕੰਟਰੋਲ ਕਰਨ ਲਈ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਤੋ ਇੱਕ ਗਲਤ ਸਟੇਟਮੈਂਟ ਹੈ। ਬੋਰਡ ਆਫ ਕੰਟਰੋਲ ਜਿਹੜਾ ਸੀ ਇਹ ਪਿਟਸ ਇੰਡੀਆ ਐਕਟ ਦੁਆਰਾ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦਾ ਕੰਮ ਈਸਟ ਇੰਡੀਆ ਕੰਪਨੀ ਦੇ ਸਿਵਲ ਸੈਨਿਕ ਅਤੇ ਆਰਥਿਕ ਕੰਮਾਂ ਦੇ ਉੱਤੇ ਕਾਬੂ ਪਾਉਣਾ ਸੀ, ਨਾ ਕਿ ਰਾਜਿਆਂ ਦੇ। ਚਾਰਟਰ ਐਕਟ 1833 ਅਨੁਸਾਰ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਲਈ ਕਿਹਾ ਗਿਆ। ਇਹ ਬਿਲਕੁਲ ਠੀਕ ਹੈ। ਅਸੀਂ ਪੜ੍ਹਿਆ ਸੀ ਕਿ ਚਾਰਟਰ ਐਕਟ 1833 ਵਿੱਚ ਪਾਸ ਹੋਇਆ ਅਤੇ ਉਸ ਅਨੁਸਾਰ ਵਪਾਰ ਦਾ ਸਾਰਾ ਕੰਮ ਛੱਡ ਕੇ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ 'ਤੇ ਲਗਾਉਣ ਲਈ ਕਿਹਾ ਗਿਆ ਸੀ। ਰੈਗੂਲੇਟਿੰਗ ਐਕਟ ਦੁਆਰਾ ਵਪਾਰਕ ਪ੍ਰਬੰਧ ਨੂੰ ਰਾਜਨੀਤਿਕ ਪ੍ਰਬੰਧ ਨਾਲੋਂ ਅਲੱਗ ਕਰ ਦਿੱਤਾ ਗਿਆ। ਇਹ ਗਲਤ ਹੈ ਸਟੇਟਮੈਂਟ, ਕਿਉਂਕਿ ਵਪਾਰਕ ਅਤੇ ਰਾਜਨੀਤਿਕ ਕੰਮਾਂ ਨੂੰ ਅਲੱਗ ਕਰਨ ਲਈ ਚਾਰਟਰ ਐਕਟ 1833 ਪਾਸ ਕੀਤਾ ਗਿਆ ਸੀ। ਅਤੇ ਪਿਆਰੇ ਵਿਦਿਆਰਥੀਓ, ਤੁਸੀਂ ਇਸ ਪਾਠ ਨੂੰ ਧਿਆਨ ਨਾਲ ਪੜ੍ਹ ਲੈਣਾ ਅਤੇ ਇਹਨਾਂ ਅਭਿਆਸ ਵਿੱਚ ਦੱਸੇ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਤੇ ਕਰ ਲੈਣਾ। ਧੰਨਵਾਦ। ਥੈਂਕ ਯੂ।